ਮੈਂ ਜੀ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ, ਆਪਾਂ ਗੱਲ ਕੀਤੀ ਕਿ ਪਰਮਾਤਮਾ ਦਾ ਇੱਕ ਇਹੋ ਜਿਹਾ ਐਕਸਪੀਰੀਅੰਸ ਜਿਹਨੂੰ ਆਪਾਂ ਸ਼ਬਦਾਂ 'ਚ ਨਹੀਂ ਕਰ, ਪਰ ਇਹ ਸਵਾਲ ਕੀਤਾ ਜਾ ਸਕਦਾ ਕਿ ਇਸ ਸਮੇਂ ਜਾਂ ਤੁਸੀਂ ਇਸ ਆਪਣੇ ਅਭਿਆਸ ਦੇ ਦੌਰਾਨ ਕੁਛ ਇਹੋ ਜਿਹੇ ਜਿਹਨੂੰ ਆਪਾਂ ਕਹਿ ਦਿੰਦੇ ਪੈਰਾਨੋਰਮਲ ਐਕਸਪੀਰੀਅੰਸ ਵੀ ਹੋਏ ਤੁਹਾਡੇ, ਜਿਨ੍ਹਾਂ ਨੂੰ ਆਪਾਂ, ਮੈਂ ਕਹਿਣਾ ਚਾਹ ਰਿਹਾ ਕਿ ਕੁਛ ਇਹੋ ਜਿਹੇ ਵਰਤਾਰੇ ਤੁਹਾਡੇ ਨਾਲ ਹੋਏ ਜਿਨ੍ਹਾਂ ਨੂੰ ਤੁਸੀਂ ਵਿਗਿਆਨਕ ਤੌਰ 'ਤੇ ਐਕਸਪਲੇਨ ਨਹੀਂ ਕਰ ਪਾ ਰਹੇ, ਕੁਛ ਇਹੋ ਜਿਹਾ ਕੁਛ ਐਕਸਪੀਰੀਅੰਸ ਵੀ ਹੋਏ ਤੁਹਾਡੇ? ਦੇਖੋ, ਜੋ ਬ੍ਰਹਮਾਂਡੇ ਸੋਈਓ ਪਿੰਡੇ, ਜਦੋਂ ਤੁਸੀਂ ਧਿਆਨ 'ਚ ਜਾਂਦੇ ਹੋ ਨਾ, ਤੁਸੀਂ ਸਮਝ ਲਓ ਜੋ ਬ੍ਰਹਮਾਂਡ 'ਚ ਹੋ ਰਿਹਾ ਹੈ ਉਹ ਤੁਹਾਡੇ ਅੰਦਰ ਵੀ ਹੋ ਰਿਹਾ ਹੈ, ਤੁਹਾਨੂੰ ਉਸਨੂੰ ਫੇਸ ਕਰਨਾ ਪਏਗਾ। ਉਹਨੂੰ ਤੁਸੀਂ ਚਾਹੇ ਪੈਰਾਨੋਰਮਲ ਕਹਿ ਦਿਓ, ਚਾਹੇ ਇੱਕ, ਕਿਉਂਕਿ ਉਹ ਜਰਨੀ ਹੈ, ਉੱਥੋਂ ਨਿਕਲ ਕੇ ਹੀ ਤੁਸੀਂ ਨੈਕਸਟ ਸਟੈਪ ਤੇ ਪਹੁੰਚ ਪਾਓਗੇ। ਠੀਕ ਹੈ, ਉਹ ਜਰਨੀ ਤੁਸੀਂ ਜਦੋਂ ਕਰ ਰਹੇ ਹੋ, ਉੱਥੇ ਕਈ ਸ਼ਕਤੀਆਂ ਮਿਲ ਜਾਂਦੀਆਂ। ਹੁਣ ਉਹ ਜੋ ਸ਼ਕਤੀਆਂ 'ਚ, ਕੋਈ ਸ਼ਕਤੀਆਂ 'ਚ ਫਸ ਜਾਂਦਾ, ਸ਼ਕਤੀਮੰਦ ਦੀ ਹੀ ਹੁੰਦੀ, ਕੋਈ ਉੱਥੇ ਅਟਕ ਕੇ ਰਹਿ ਜਾਂਦਾ। ਠੀਕ ਹੈ, ਕੋਈ ਵਿਰਲਾ ਹੁੰਦਾ ਜੋ ਉਸ ਤੋਂ ਅੱਗੇ ਨਿਕਲ ਜਾਂਦਾ। ਠੀਕ ਹੈ, ਜਿਹੜੇ ਅਟਕ ਕੇ ਰਹਿ ਜਾਂਦੇ ਨੇ ਉਹ ਸ਼ਾਇਦ ਹੋ ਸਕਦਾ ਉਸ ਪੈਰਾਨੋਰਮਲ ਐਕਟੀਵਿਟੀਜ਼ ਉਹਨੂੰ ਕਹਿ ਦਿੰਦੇ ਨੇ। ਠੀਕ ਹੈ, ਤੇ ਇਹ ਸਮਟਾਈਮਸ ਆਪਾਂ ਇੱਕ ਫ੍ਰੀਕੁਐਂਸੀ ਹੁੰਦੀ ਹੈ। ਠੀਕ ਹੈ, ਕੁਝ ਲੋਕ ਆਪਾਂ ਦੇਖਦੇ ਹਾਂ ਕਿ ਕੁਝ ਪ੍ਰੋਬਲਮਸ ਆ ਜਾਂਦੀਆਂ, ਮੈਂਟਲ ਇਲਨੈਸ ਹੋ ਜਾਂਦੀ ਹੈ। ਠੀਕ ਹੈ, ਕੁਝ ਇਸ ਰੂਪ 'ਚ ਵੀ ਹੋ ਜਾਂਦੀ ਹੈ, ਉਹ ਫ੍ਰੀਕੁਐਂਸੀ ਮੈਚ ਕਰ ਜਾਂਦੇ ਨੇ, ਅਚਾਨਕ ਹੀ ਹੋ ਜਾਂਦਾ ਕਈਆਂ ਦੇ ਨਾਲ। ਪਰੰਤੂ ਇਹ ਸਭ ਮਾਇਆ ਹੈ। ਠੀਕ ਹੈ ਜੀ, ਇਹ ਮਾਇਆ ਹੀ ਆਪਣਾ ਕੰਮ ਕਰ ਰਹੀ ਹੁੰਦੀ ਹੈ। ਪਰੰਤੂ ਜਿਹੜਾ ਪ੍ਰਬਲ ਹੈ, ਜਿਹੜਾ ਭਗਤ ਪ੍ਰਬਲ, ਜਿਹਨੇ ਜਿਹੜੀ ਇੱਛਾ ਕੀਤੀ ਹੋਈ ਹੈ ਇਹਨੂੰ ਪ੍ਰਾਪਤ ਕਰਨ ਦੀ, ਉਹਨੂੰ ਪਤਾ ਹੁੰਦਾ ਕਿ ਇਹਦੇ 'ਚ ਮੈਂ ਫਸਣਾ ਨਹੀਂ ਹੈ, ਇਹ ਆਏਗੀ, ਮਾਇਆ ਆਉਂਦੀ ਹੈ, ਇਹ ਸ਼ਕਤੀਆਂ ਆਉਣਗੀਆਂ, ਪਰੰਤੂ ਭਗਤ ਇਹਨਾਂ ਤੋਂ ਵੀ ਪਾਰ ਚਲਾ ਜਾਂਦਾ ਹੈ। ਜਿਹੜੀ ਇਹ ਇੱਕ ਇਹਦਾ ਪਾਰਟ ਆ ਕਿ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ। ਹਾਂ, ਓਬਵੀਅਸਲੀ ਹੋ ਸਕਦੀ ਹੈ। ਅੱਛਾ, ਮੈਂ ਜੀ ਇੱਕ ਚੀਜ਼ ਰਹਿੰਦੀ ਹੈ ਕਿ ਆਮ ਤੌਰ 'ਤੇ ਸਵਾਲ ਉੱਠਦਾ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਪਰਮਾਤਮਾ ਇੱਕ ਸ਼ਕਤੀ ਹੈ ਜਿਹੜੀ ਸਾਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ, ਅਤੇ ਉਹ ਬਹੁਤ ਦਇਆਵਾਨ ਆ, ਪ੍ਰੇਮ ਕਰਨ ਵਾਲੀ ਆ, ਪਰ ਜਦ ਆਪਾਂ ਇਸ ਸੰਸਾਰ ਨੂੰ ਦੇਖਦੇ ਹਾਂ ਤਾਂ ਇਹ ਲੱਗਦਾ ਕਿ ਸਾਰੇ ਸੰਸਾਰ ਦੁੱਖਾਂ ਦਾ ਘਰ ਆ। ਬਹੁਤ ਜ਼ਿਆਦਾ ਆਪਾਂ ਜੇ ਦੇਖੀਏ ਕਿ ਬਹੁਤ ਜ਼ਿਆਦਾ ਅਨਿਆਏ ਹੋ ਰਹੇ ਨੇ ਲੋਕਾਂ ਨਾਲ। ਜੇ ਪਰਮਾਤਮਾ ਇੰਨਾ ਸ਼ਕਤੀਸ਼ਾਲੀ ਆ ਤਾਂ ਇਹ ਜਿਹੜੇ ਦੁੱਖ ਨੇ ਇਹ ਲੋਕਾਂ ਨੂੰ ਕਿਉਂ ਨੇ, ਜਾਂ ਇਹ ਦੁੱਖ ਸਿਰਫ ਦਿਖਾਵਾ ਹੀ ਨੇ, ਇਹਨਾਂ ਪਿੱਛੇ ਕੋਈ ਕਾਰਨ ਰਹਿੰਦੇ ਨੇ? ਦੁੱਖ ਅਗਿਆਨ ਕਰਕੇ ਹੈ, ਅਗਿਆਨ ਤੋਂ ਇਲਾਵਾ ਦੁੱਖ ਨਹੀਂ। ਦੇਖੋ, ਤੁਹਾਨੂੰ ਪਤਾ ਕਿ ਮੈਂ ਆਹ ਚੀਜ਼ ਨਾ ਖਾਵਾਂ, ਮਨਾ ਕੀਤੀ ਵੀ ਹੈ, ਉਹ ਫਿਰ ਵੀ ਉਹ ਖਾ ਰਹੇ। ਜਦੋਂ ਮਨਾ ਕੀਤਾ ਕਿ ਨਿੰਦਾ, ਚੁਗਲੀ, ਦੁਆਸ਼ ਇਹ ਨਹੀਂ ਕਰਨਾ, ਤੁਸੀਂ ਉਹ ਫਿਰ ਵੀ ਕਰਦੇ ਚਲੇ ਜਾ ਰਹੇ ਹੋ, ਤਾਂ ਤੁਸੀਂ ਦੁਖੀ ਹੋਵੋਗੇ। ਦੁਖੀ ਆਪਣੇ ਕਰਕੇ ਹੀ ਹੈ ਬੰਦਾ, ਕਿਸੇ ਨਾਲ ਨਫ਼ਰਤ ਕਰਨੀ। ਦੇਖੋ, ਤੁਸੀਂ ਅਗਰ ਕਿਸੇ ਤੇ ਚਿੰਗਾਰੀਆਂ ਸਿੱਟਣੀਆਂ ਨੇ, ਹੱਥ 'ਚ ਕੋਇਲਾ ਫੜਿਆ ਗਰਮ ਸਿੱਟਣਾ ਹੈ, ਪਹਿਲਾਂ ਤੁਹਾਨੂੰ ਹੀ ਤੁਸੀਂ ਉਹ ਜਲੋਗੇ, ਜ਼ਿਆਦਾ ਬਾਅਦ 'ਚ ਜਲੂਗਾ। ਦੁੱਖ ਬੰਦੇ ਦਾ ਅਗਿਆਨ ਹੀ ਹੈ, ਜਿਹੜਾ ਦੁੱਖ ਸਾਹਮਣੇ ਆ ਜਾਂਦਾ ਹੈ, ਉਹਦੇ ਡਿਸੀਜ਼ਨਸ ਹੀ ਇਸ ਤਰ੍ਹਾਂ ਦੇ ਨੇ, ਕਿਉਂਕਿ ਮਨ ਮੋਹ 'ਚ ਬੰਦ ਜਾਂਦਾ, ਉਹ ਬੰਧਨ ਹੈ, ਉਹ ਬੰਧਨ ਨਹੀਂ ਤੋੜ ਪਾਉਂਦਾ, ਇਸ ਕਰਕੇ ਉਹਨੂੰ ਗੁਰੂ ਦੀ ਜ਼ਰੂਰਤ ਪੈਂਦੀ ਹੈ, ਗਿਆਨੀ ਦੀ ਜ਼ਰੂਰਤ ਪੈਂਦੀ ਹੈ। ਉਹ ਨਹੀਂ ਉੱਠ ਪਾਉਂਦਾ ਉਸ ਬੰਧਨ ਤੋਂ, ਆਜ਼ਾਦ ਹੋਣਾ ਹੀ ਨਹੀਂ ਚਾਹੁੰਦਾ, ਕਿਉਂਕਿ ਮੋਹ ਆ ਜਾਂਦਾ ਉੱਥੇ। ਮੋਹ, ਫਿਰ ਕ੍ਰੋਧ, ਜੋ ਮੋਹ ਦੇ ਨਾਲ ਹੀ ਕ੍ਰੋਧ ਪੈਦਾ ਹੋ ਜਾਂਦਾ ਉਹਦੇ ਅੰਦਰ। ਮੋਹ, ਉਹਨੂੰ ਕਿਸੇ ਚੀਜ਼ ਨਾਲ ਮੋਹ ਹੈ, ਲਗਾਵ ਹੋ ਗਿਆ, ਉਹ ਅਗਰ ਉੱਥੋਂ ਪਰੇ ਹੋਵੇ ਜਾਂ ਉਹਨੂੰ ਨਾ ਮਿਲੇ, ਉਹਨੂੰ ਕ੍ਰੋਧ ਪੈਦਾ ਹੋ ਜਾਂਦਾ। ਇਹ ਤੋਂ ਬਚਣ ਦਾ ਬੜਾ ਸਰਲ ਤਰੀਕਾ, ਬੜਾ ਹੀ ਸਰਲ ਤਰੀਕਾ। ਸਰਲ ਤਰੀਕਾ ਦੇਖੋ ਇਸ ਤਰ੍ਹਾਂ ਹੈ, ਗੀਤਾ ਦੇ 12ਵੇਂ ਅਧਿਆਇ 'ਚ ਮੈਂਸ਼ਨ ਕੀਤਾ ਹੋਇਆ। अर्जुन पूछता है कि हे कृष्ण, मुझे आप ये बताइए कि
सर्वगुण, हम्म, जो साकार रूप सर्वगुण आपका है, उसको जो ध्याते हैं, क्या वो सर्वश्रेष्ठ है? हम्म, या हम्म, जो निराकार सच्चिदानंद ब्रह्म को ध्याते हैं, क्या वो सर्वश्रेष्ठ है? हम्म, वो जवाब दिंदे ने, हम्म, कहते कि जो हम्म, मेरे साकार हम्म, सगुण रूप को हम्म, ध्याते हैं, हम्म, रूप ध्यान करते हैं, हम्म, भजन कीर्तन करते हैं, हम्म, हम्म, वो उनको मैं सर्वश्रेष्ठ मानता हूँ। बहुत ही उत्तम है वो, योगियों से भी योगी सबसे उत्तम है वो। हम्म, तो वो दूसरी साइड जो कहते हैं कि जेड़े सच्चिदानंद ब्रह्म हम्म, जो निराकार को ध्याने वाले हैं, हम्म, उनके लिए क्लेश और परिश्रम हम्म, जरूरी है, हम्म, हो ही जाता है उनको, हम्म, क्योंकि निराकार में स्थित होना बहुत कठिन है। हम्म, बहुत सारे फिर लोज आ जाते हैं उत्थे। हम्म, इस करके ईजी वे देखो, रस्ता जाना ਆਪਾਂ ਇੱਕ ਜਗ੍ਹਾ ਤੇ ਹੈ, हम्म, ਇੱਕ ਆਸਾਨ ਰਸਤਾ ਦੱਸ ਰਹੇ ਹਾਂ। हम्म, ਉੱਥੇ ਇਹ ਵੀ ਮੈਂਸ਼ਨ ਹੈ ਗੀਤਾ 'ਚ, हम्म, ਦੇਖੋ ਜਦੋਂ ਕਲਯੁਗ ਦੀ ਜਦੋਂ ਸ਼ੁਰੂਆਤ ਹੋਈ ਸੀ, ਮੂਲ ਮੰਤਰ ਆਇਆ ਸੀ हम्म, ਕਿ ਹਰੇ ਕ੍ਰਿਸ਼ਨ 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 ਹਰੇ ਹਰੇ, ਹਰੇ ਰਾਮ 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 ਹਰੇ ਹਰੇ। ਤੇ ਨਾਲ ਹੀ ਗੀਤਾ 'ਚ ਮੈਂਸ਼ਨ ਕੀਤਾ ਕਿ ਜੋ मेरा रूप ध्यान, मेरे गुण, मेरे धाम, मेरा नाम स्मरण जो करेगा अपने मन में, उस पर कलयुग का प्रभाव होगा ही नहीं। उसी दुखा की गल की सी ना, उस ते कलयुग का प्रभाव ही नहीं होएगा। ये सच्चाई है, प्रैक्टिकल है, तुसी करके देख लो। कृष्ण रूप दा तुसी रूप ध्यान करके देख लो, तुरते कलयुग का असर होना खत्म हो जाएगा। थोड़ी स्थिति ही वृत्ति ही बड़ी पवित्र हो जाएगी। ईश्वर तो कहंदी ही है ना, जीदा तुसी याद कर लो, तुहाडे रोंगटे खड़े हो जांदे ने। तुसी गल कर रहे हो, मैं गल ही कर रहा दी, ठीक है, मेरे रोम रोम च आनंद हो रहे। ये इदा है इस तरह का है, ये प्रभु इस तरह का ही है, सबदा प्रभु है, सबदा मालिक है। ये देखो सबनों इत्थे आना ही पैना, सबनों ये करना ही पैना, इस तो इलावा कोई चारा नहीं हैगा। घूम फिर के चाहे कोई किसी नूं भी ध्यान दा होवे, घूम फिर के इत्थे आना ही पैना है, क्योंकि आपां है ही इहदे अंश, आपां आनंद दे ही अंश है ना। सारे धर्म ही कह रहे ने, हुण आपां नूं यही चाहिदा है, मूल रूप ही चाहिए ना अपना, मूल ही अपना मूल तो जुदा, ठीक है, मूल तो जुदा, कृष्ण तो ਆਪਾਂ जुदा ਹੋਏ ਪਏ ਆ। ਉਹ कृष्ण ਦਾ ਰੂਪ ਧਿਆਨ ਜਦੋਂ ਕਰ ਲਾਂਗੇ, कृष्ण ਨੂੰ ਹੀ ਮੰਨ ਲਾਂਗੇ ਸਭ ਕੁਝ, ਉਹਦੇ ਵਿੱਚ ਸਾਰਾ ਕੁਝ ਹੀ ਆ ਗਿਆ, ਉਹ ਚ ਨਿਰਾਕਾਰ ਵੀ ਆ ਗਿਆ, ਕੰਪਲੀਟ ਹੋ ਗਿਆ, ਓਮ ਵੀ ਆ ਗਿਆ, ਉਹ ਚ ਸਭ ਕੁਝ ਹੀ ਆ ਗਿਆ, ਉਹ ਕੰਪਲੀਟ ਹੈ, पूर्ण है। तो कर लोगे तो हो जाएगा। और तो फिर इस तरह ना गीता तो छोटी छोटी चीज़ां लैके कई ने संस्थावां खोल ली, ठीक है, इट्स रियलिटी, ठीक है, किसी को कुछ चंगा लग गया और किसने वो कर लिया, परंतु कंप्लीट कृष्ण खुद ही है, वो खुद कह गया, ठीक है, वो कभी जाता ही नहीं है। मैं जी एक गल रही है कि अध्यात्मवाद ते जिहड़ा मेन जिहड़ी विरोधी पक्ष आ, वो कहंदा कि अध्यात्मवाद एक पूंजीपतियां दा आम लोकां नूं जिहड़े वर्किंग क्लास दे लेबर वाले ने उन्हां नूं गुमराह करन दा तरीका है कि ये उस लैवल तक लै जांदा है कि ਤੁਹਾਨੂੰ अगले जन्म ਦੀ ਤਾਂ ਕਿਤੇ खुशी ਦੀ याद ਦੇ ਵਿੱਚ ਇਸ ਜਨਮ ਦੇ ਫਰਜ਼ ਭੁਲਾ ਦਿੰਦਾ। ਕੀ ਇਹ ਇਲਜ਼ਾਮ ਸਹੀ ਹੈ? देखो अगले जन्म ਤਾਂ ਗੱਲ ਹੀ ਨਹੀਂ ਹੈ, ਕਿਸ ਨੇ ਕਦੇ ਅਗਲੇ ਜਨਮ ਦੀ ਗੱਲ ਹੀ ਨਹੀਂ ਕੀਤੀ, ਠੀਕ ਹੈ। ਤੁਸੀਂ ਅਗਲੇ ਜਨਮ ਦੇਖੋ, ਜਿਹੜਾ ਇਸ ਜਨਮ ਚ ਸੁਖੀ ਨਹੀਂ ਹੋਇਆ ਤਾਂ ਅਗਲੇ ਜਨਮ ਚ ਕਿੱਥੇ ਸੁਖੀ ਹੋਊਗਾ? ਸੋਚੋ, ਅਗਲੇ ਜਨਮ ਤੱਕ ਤਾਂ ਗੱਲਾਂ ਛੱਡ ਦੋ।
ਹੋਰ ਆਪਾਂ ਕਹਿ ਰਹੇ ਕਿ ਇਹ ਹਾਲਾਂਕਿ ਨੋ ਡਾਊਟ ਇਹਨੂੰ ਯੂਜ਼ ਕੀਤਾ ਜਾਂਦਾ ਹੈ, ਪੈਸੇ ਕਮਾਉਣ ਦਾ ਇੱਕ ਜ਼ਰੀਆ ਹੈ, ਬੜਾ ਅੱਛਾ ਜ਼ਰੀਆ ਹੈ। ਅਧਿਆਤਮਵਾਦ ਪੈਸੇ ਕਮਾਉਣ ਦਾ ਜ਼ਰੀਆ। ਦੇਖੋ ਇਹਨੂੰ, ਇਹ ਮਾਇਆ ਹੈ, ਠੀਕ ਹੈ, ਕੋਈ ਬੜੀ ਗੱਲ ਨਹੀਂ ਕਹਿ ਸਕਦੇ ਇਹਨੂੰ, ਠੀਕ ਹੈ, ਕੋਈ ਨਹੀਂ। ਪਰੰਤੂ ਜਦੋਂ ਕੋਈ ਇਹ ਕਹਿੰਦਾ ਕਿ ਮੈਂ ਹੀ ਰੱਬ ਹਾਂ, ਮੈਨੂੰ ਪੂਜੋ, ਖੁਦ ਬੰਧਨ ਚ ਹੈ, ਖੁਦ ਬੰਧਨ ਚ ਹੈ। ਜਿਹੜਾ ਖੁਦ ਬੰਧਨ ਚ ਹੈ ਉਹ ਦੂਸਰਿਆਂ ਦੇ ਬੰਧਨ ਨਹੀਂ ਤੋੜ ਸਕਦਾ। ਉਹ ਖੁਦ ਖਾਈ ਚ ਗਿਰੂਗਾ, ਉਹਦੇ ਪਿੱਛੇ ਵੀ ਜਿਹੜੇ ਉਹਨੂੰ ਪੂਜ ਰਹੇ ਉਹ ਵੀ ਖਾਈ ਚ ਜਾਣਗੇ। ਗੁਰੂ ਹੁੰਦਾ ਹੈ ਜਿਹੜਾ ਤੁਹਾਨੂੰ ਆਜ਼ਾਦ ਕਰ ਦੇਵੇ, ਹਰ ਬੰਧਨ ਮੁਕਤ ਕਰ ਦੇਵੇ। ਉਹ ਜਿਹੜੀ ਗਾਠਾ ਹੈ ਖੋਲ ਦਿੰਦਾ, ਉਹ ਆਂਦਾ ਹੈ ਖੋਲ ਕੇ ਚਲਾ ਜਾਂਦਾ ਵਾ, ਠੀਕ ਹੈ ਚਲੋ ਫ੍ਰੀ, ਯੂ ਆਰ ਫ੍ਰੀ, ਮੈਂ ਫ੍ਰੀ ਹਾਂ, ਤੁਹਾਨੂੰ ਵੀ ਫ੍ਰੀ ਕਰਦਾ। ਉਹ ਹੈ ਗੁਰੂ, ਅਸਲ ਗੁਰੂ। ਉਹ ਕੁਝ ਦੇਰ ਵਾਸਤੇ ਆਂਦਾ, ਤੇ ਪਤਾ ਕਿ ਹਾਂ ਹੁਣ ਗੱਠ ਖੋਲਣ ਦਾ ਵਕਤ ਆ ਗਿਆ, ਖੋਲ ਕੇ ਉਹ ਚਲਾ ਜਾਂਦਾ, ਬਸ ਦੱਸ ਜਾਂਦਾ, ਉਹ ਕੰਪਲੀਟ ਦੱਸ ਜਾਂਦਾ ਕਿ ਆਹ ਕੰਪਲੀਟ ਹੈ, ਬਸ ਇਹ ਕੱਦੇ ਚਲੋ, ਠੀਕ ਹੈ। ਉਹ ਹੋਰ ਤਾਂ ਦੇਖੋ, ਹੋਰ ਤਾਂ ਕਹਿੰਦੇ ਨਾ, ਉਹ ਆਪਾਂ ਕਈ ਸੁਣਿਆ ਕਿ ਇਹ ਇਸ ਤਰ੍ਹਾਂ ਹੀ ਹੈ, ਇਹ ਸਭ ਮੋਹ ਮਾਇਆ ਦੇ ਬੰਧਨ ਨੇ। ਕੁਛ ਦੇਖੋ ਸੰਸਥਾ ਅੱਛੀ ਵੀ ਕਰਦੀਆਂ ਨੇ, ਮੈਂ ਗਲਤ ਨਹੀਂ ਕਰਦਾ ਕਿਸੇ ਸੰਸਥਾ ਨੂੰ, ਕੁਛ ਅੱਛਾ ਪ੍ਰੇਰਨਾ ਦਿੰਦੀ ਹੈ, ਬਹੁਤ ਅੱਛਾ ਪ੍ਰੇਰਨਾ ਦਿੰਦੀ ਹੈ, ਠੀਕ ਹੈ, ਉਹ ਬਹੁਤ ਅੱਛੀ ਭਗਤੀ ਵੀ ਕਰਵਾਉਂਦੀ ਹੈ। ਪਰੰਤੂ ਇੱਕ ਫਾਈਨਲ ਸਟੇਜ ਹੈ, ਟੌਪ ਮੋਸਟ ਸਟੇਜ ਹੈ, ਉਹ ਪ੍ਰੇਮੀ ਦੀ ਹੀ ਹੈ। ਯਾਨੀ ਕਿ ਸਾਰੀਆਂ ਸੰਸਥਾਵਾਂ ਮਾੜੀਆਂ ਨਹੀਂ ਹੈਗੀਆਂ, ਸਾਰੀਆਂ ਚੰਗੀਆਂ ਨੇ ਨਾ। ਬਿਲਕੁਲ ਜੀ। ਅੱਛਾ ਸਰ, ਇੱਕ ਅਧਿਆਤਮਵਾਦ ਦੀ ਜਦੋਂ ਵੀ ਗੱਲ ਕਰੀ ਤਾਂ ਇੱਕ ਸ਼ਬਦ ਬਾਰ-ਬਾਰ ਵਰਤਿਆ ਜਾਂਦਾ, ਉਹ ਹੁੰਦਾ ਮਾਇਆ। ਮਾਇਆ ਕੀ ਹੁੰਦੀ ਹੈ? ਦੇਖੋ ਅੰਧੇਰਾ ਹੈ, ਅੰਧੇਰੇ 'ਚ ਰੱਸੀ ਵੀ ਸੱਪ ਲੱਗਦੀ ਹੈ ਕਈ ਵਾਰ, ਉਹ ਮਾਇਆ ਹੈ। ਜਦੋਂ ਅੱਖਾਂ ਖੁੱਲ ਗਈਆਂ, ਜਦੋਂ ਰੋਸ਼ਨੀ ਹੋ ਗਈ, ਫਿਰ ਉਹ ਪਤਾ ਕਿ ਇਹ ਸੱਪ ਨਹੀਂ ਹੈ, ਰੱਸੀ ਹੀ ਹੈ। ਇਹਨੂੰ ਹੀ ਮਾਇਆ ਕਹਿੰਦੇ ਆ। ਉਹ ਰੱਸੀ ਅਸਲ 'ਚ ਹੈ ਤਾਂ ਰੱਸੀ, ਉਹ ਤਾਂ ਸੱਪ ਤਾਂ ਹੈ ਹੀ ਨਹੀਂ ਉਹ, ਠੀਕ ਹੈ। ਹੋਰ ਮਾਇਆ ਇੱਕ ਅਲੱਗ ਤਰ੍ਹਾਂ ਦੀ ਹੁੰਦੀ ਹੈ, ਉਹ ਹੈ ਮਨ ਦੇ ਬੰਧਨ। ਇੱਕ ਸ਼ਬਦ ਆ ਗਿਆ ਮੈਨੂੰ, ਮੇਰੇ ਗੁਰੂ ਦਾ ਹੀ ਸ਼ਬਦ ਯਾਦ ਆ ਗਿਆ कि माया से बचकर रहना संतों ने फरमाया है, पर ये कोई ना जान सका कहते किसको माया है। वो हर वस्तु माया है जो दूर करे भगवान से, सेवा सिमरन सत्संग और ईश्वर के ध्यान से। ये धन दौलत ही माया नहीं, ये पद पदवी भी माया है। ये माया बहुत प्रबल है, इसने सबको ही उलझाया है। लोभ है माया, लालच माया और अभिमान भी माया है। मन में मिथ्या मान जो पाल रखा है, ये भी एक माया है। इस माया से आज तलक ना कोई भी बच पाया है, बचा वही है जिस पर गुरु की रहमतों की छाया है। कहे हरदेव इस दुनिया को ठगती ठगनी माया है, परंतु भक्तों ने इस माया को ठगा है, नाच नचाया है। हालांकि देखो समझ आए, ज्ञान है, अगर तुहानू समझ आ गई, भगत समझ जाता, वो पद पदवियों ਨੂੰ ਸਾਈਡ ਮਾਰ ਦਿੰਦਾ, ਨਹੀਂ ਕੁਝ ਨਹੀਂ। ਉਹ ਮੋਹ ਮਾਇਆ ਬੰਧਨਾਂ 'ਚ ਬੰਧਨਾ ਹੀ ਨਹੀਂ, ਕਿਉਂਕਿ ਉਹ ਤਾਂ ਗੱਠ ਖੋਲੀ ਹੋਈ ਹੈ, ਉਹਨੂੰ ਆਜ਼ਾਦ ਕੀਤਾ ਹੋਇਆ ਭਗਤ। ਗੁਰੂ ਦਾ ਕੰਮ ਆਜ਼ਾਦ ਕਰ ਦੇਣਾ, ਉਹ ਸਭ ਚੀਜ਼ਾਂ ਤੋਂ ਉੱਪਰ ਕੱਢ ਲੈਂਦਾ, ਠੀਕ ਹੈ। ਬੰਧਨ ਤੋੜ ਮਿਲਾਵੇ ਰਾਮ, ਉਹ ਰਾਮ ਇੱਕ ਕਰ ਦਿੰਦਾ, ਇੱਕ ਕਰ ਦਿੰਦਾ, ਉਹ ਹੈ ਗੁਰੂ, ठीक है। गुरु सबसे बड़ा गुरु कौन? वो कन्हैया सब तो बड़ा गुरु, वो जीवन चाहता है ना, वो गट खोलता है, वो गट खोल देता, आजाद कर देता, वो खुद आजाद है कृष्ण। भक्ति तो कुछ शुरुआत की तो भी हो सकती है थोड़ी, निराकार दे ज्ञान तो शुरुआत हो सकती है, क्योंकि ज्ञान तो गुरु ही देता है हालांकि, परंतु जो कृष्ण जदों आ जाता जीवन च, गट खोल देता, गट खोल के मारदा कि आजाद है तू।